ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੁੱਖ ਮੰਤਰੀ ਦਾ ਪੈਂਤੜਾ, ਆਪ ਵਿਧਾਇਕਾਂ ਦੇ ਛਾਪੇ ਕੀਤੇ ਬੈਨ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਾਰੇ ਵਿਧਾਇਕਾਂ ਦੀ ਕਲਾਸ ਲਗਾਈ ਗਈ ਸੀ, ਇੱਕ ਨਸੀਹਤ ਦਿੱਤੀ ਗਈ ਸੀ। ਪਰ ਗੱਲ ਕਰੀਏ ਤਾਂ ਸਾਰੇ ਵਿਧਾਇਕਾਂ ਦੇ ਵਿੱਚੋਂ ਕੁਝ ਵਿਧਾਇਕ ਜਿਹੜੇ ਸੀ ਉਸ ਨਸੀਹਤ 'ਤੇ ਪਹਿਰਾ ਦਿੰਦੇ ਦਿਖਾਈ ਨਹੀਂ ਦਿੱਤੇ, ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਉਹਨਾਂ ਨੂੰ ਸਮਝਾਇਆ ਗਿਆ। ਪਰ ਪਿਛਲੇ ਕੁਝ ਦਿਨਾਂ 'ਚ ਮੁੜ ਜਿਹੜਾ ਹੈਗੀਆਂ ਅਜਿਹੀ ਘਟਨਾਵਾਂ ਵਾਪਰੀਆਂ, ਚਾਹੇ ਉਹ ਚੇਤਨ ਜੋੜੇ ਮਾਜਰੇ ਵਾਲੀ ਹੋਵੇ, ਚਾਹੇ ਹੋਰ ਲੁਧਿਆਣੇ ਵਾਲੀ ਹੋਵੇ, ਹੋਰ ਵੱਖ-ਵੱਖ ਕਈ ਘਟਨਾਵਾਂ ਵਾਪਰੀਆਂ ਨੇ। ਅਤੇ ਉਸ ਤੋਂ ਬਾਅਦ ਅੱਜ ਮੁੜ ਜਿਹੜਾ ਹੈ ਭਗਵੰਤ ਸਿੰਘ ਮਾਨ ਵੱਲੋਂ ਸਾਰੇ ਵਿਧਾਇਕਾਂ ਨੂੰ ਸੱਦਿਆ ਗਿਆ ਹੈ, ਮੀਟਿੰਗਾਂ ਕੀਤੀਆਂ ਜਾ ਰਹੀਆਂ। ਅਸੀਂ ਜਾਣਨਾ ਚਾਹਾਂਗੇ ਅੱਜ ਵਾਲੀ ਮੀਟਿੰਗਾਂ ਦਾ ਮਕਸਦ ਕੀ ਸੀ, ਕੀ ਗੱਲਬਾਤ ਹੋਈ ਹੈ ਅਤੇ ਇਹਨਾਂ 'ਚ ਕੀ ਨਿਕਲ ਕੇ ਸਾਹਮਣੇ ਆਇਆ। ਦੇਖੋ, ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ ਆਪਣੀ ਪਾਰਟੀ ਦੇ ਜਿਹੜੇ 77 MLAs ਨੇ ਉਹਨਾਂ ਦੇ ਨਾਲ ਇਹ ਚੌਥੀ ਮੀਟਿੰਗ ਹੈ ਜਿਹੜੀ ਫਾਰਮਲੀ ਕੀਤੀ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ ਚੋਣ ਨਤੀਜੇ ਆਏ ਸੀ ਤਾਂ ਪਹਿਲੀ ਮੀਟਿੰਗ ਹੈ ਜਿਹੜੀ ਉਹ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਹੋਰਾਂ ਨੇ ਵਿਧਾਇਕਾਂ ਦੀ ਲਈ ਸੀ ਜੀ, ਜਿਹਦੇ ਵਿੱਚ ਉਹਨਾਂ ਨੂੰ ਕੁਝ ਸੁਝਾਅ ਆ ਜਿਹੜੇ ਦਿੱਤੇ ਗਏ ਸੀ। ਜਿਸ ਤਰ੍ਹਾਂ ਤੁਸੀਂ ਕਿਹਾ, ਨਸੀਹਤਾਂ ਦਿੱਤੀਆਂ ਗਈਆਂ ਸੀ। ਉਸ ਤੋਂ ਬਾਅਦ ਇੱਕ ਦਫਾ ਫੇਰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੀਟਿੰਗ ਕੀਤੀ ਸੀ ਆਪਣੇ ਵਿਧਾਇਕਾਂ ਨਾਲ। ਫਿਰ ਤੀਸਰੀ ਮੀਟਿੰਗ ਹੋਈ ਸੀ ਜਦੋਂ ਬਜਟ ਸੈਸ਼ਨ ਚੱਲ ਰਿਹਾ ਸੀ, ਉਦੋਂ ਅਧਿਕਾਰੀਆਂ ਅਤੇ ਵਿਧਾਇਕਾਂ ਦੀ ਇਕੱਠੀ ਮੀਟਿੰਗ ਇੱਕ ਬੁਲਾਈ ਗਈ ਸੀ ਜੀ, ਜਿਹਦੇ ਵਿੱਚ ਆਪਸੀ ਤਾਲਮੇਲ ਦੀ ਗੱਲਬਾਤ ਹੈ ਜਿਹੜੀ ਉਹ ਕੀਤੀ ਗਈ ਸੀ। ਜਿੱਥੋਂ ਤੱਕ ਅੱਜ ਦੀ ਮੀਟਿੰਗ ਦਾ ਤਾਲੁਕ ਹੈ, ਉਹਦੇ ਵਿੱਚ ਜੇ ਤਾਂ ਅਸੀਂ ਉਸਨੂੰ ਬਾਹਰੀ ਤੌਰ 'ਤੇ ਦੇਖੀਏ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿੰਨੇ ਵੀ MLA ਮੀਟਿੰਗ ਕਰਕੇ ਬਾਹਰ ਆ ਰਹੇ ਨੇ ਜੀ, ਉਹ ਕਹਿ ਰਹੇ ਨੇ ਕਿ ਉਹਨਾਂ ਤੋਂ ਸਾਡੇ ਮੁੱਖ ਮੰਤਰੀ ਨੇ ਜਿਹੜੀ ਹਲਕਿਆਂ ਦੀ ਜਿਹੜੀ ਫੀਡਬੈਕ ਹੈ ਉਹ ਹਾਸਲ ਕੀਤੀ ਹੈ ਔਰ ਡਿਵੈਲਪਮੈਂਟ ਪਲਾਨ ਕੀ ਹੈ ਤੁਹਾਡੇ ਹਲਕਿਆਂ ਦੇ, ਜਾਂ ਹਲਕੇ ਦੀਆਂ ਮੰਗਾਂ ਕੀ ਨੇ, ਉਹਨਾਂ ਬਾਰੇ ਜਿਹੜੇ ਮੰਗ ਪੱਤਰ ਹੈ ਸਾਡੇ ਕੋਲੋਂ ਹਾਸਲ ਕੀਤੇ ਹੈ। ਇਹ ਠੀਕ ਹੈ ਗੱਲ ਕਿ ਸਰਕਾਰ ਜਿਵੇਂ ਪਿਛਲੇ ਦਿਨਾਂ 'ਚ 4 ਮਹੀਨੇ ਹੋ ਚੱਲੇ ਨੇ, ਜੀ, ਹੁਣ ਤੱਕ ਤਾਂ ਇਹੀ ਕਹਿੰਦੀ ਆ ਰਹੀ ਸੀ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦਾ ਸਿਸਟਮ ਖਰਾਬ ਕਰ ਦਿੱਤਾ। ਤਾਂ ਹੁਣ ਲੱਗਦਾ ਹੈ ਕਿ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਸਾਰੇ ਹਲਕਿਆਂ ਦੀਆਂ ਸਮੱਸਿਆਵਾਂ ਆਪਣੇ ਵਿਧਾਇਕਾਂ ਤੋਂ ਸੁਣੀਆਂ ਨੇ, ਲੱਗਦਾ ਕਿ ਸਰਕਾਰ ਹੈ ਜਿਹੜੀ ਉਹ ਆਉਣ ਵਾਲੇ ਦਿਨਾਂ 'ਚ ਇੱਕ ਡਿਵੈਲਪਮੈਂਟ ਪਲਾਨ ਹੈ ਜਿਹੜਾ ਪੰਜਾਬ ਦਾ ਉਹ ਤਿਆਰ ਕਰਨ ਲੱਗੀ ਹੈ, ਤਾਂ ਕਿ ਜਿਹੜੀ ਵਿਕਾਸ ਦੀ ਗੱਡੀ ਹੈ ਉਸ ਨੂੰ ਅੱਗੇ ਤੁਰਿਆ ਜਾ ਸਕੇ। ਜੀ, ਇਹ ਗੱਲ ਹੈਗੀ ਹੈ ਜਿਹੜੀ ਵਿਧਾਇਕ ਕਹਿ ਰਹੇ ਨੇ। ਪਰ ਜਿਹੜੇ ਇਹਦਾ ਕਾਰਨ ਮੀਟਿੰਗ ਬੁਲਾਉਣ ਦਾ ਆਤਿਸ਼ ਇਕੱਲਾ ਇਹ ਨਹੀਂ ਕਿ ਆਪਣੇ ਵਿਧਾਇਕਾਂ ਤੋਂ ਫੀਡਬੈਕ ਲੈਣੀ ਸੀ ਜਾਂ ਉਹਨਾਂ ਤੋਂ ਡਿਵੈਲਪਮੈਂਟ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਬਾਰੇ ਜਾਣਨਾ ਦੀ ਇੱਛਾ ਰੱਖੀ ਸੀ, ਜੀ, ਬਲਕਿ ਇਹਦਾ ਅੰਦਰੂਨੀ ਕਾਰਨ ਇਹ ਹੈ ਕਿ ਜਿਹੜੀ ਪਿਛਲੇ ਦਿਨਾਂ 'ਚ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵਾਲੀ ਜਿਹੜਾ ਵਿਵਾਦ ਛਿੜਿਆ ਹੈ ਮੈਡੀਕਲ ਯੂਨੀਵਰਸਿਟੀ ਦੇ VC ਨਾਲ, ਡਾਕਟਰ ਰਾਜ ਬਹਾਦਰ ਹੋਰਾਂ ਨਾਲ, ਉਸ ਦੇ ਨਾਲ ਜਿਹੜੀ ਪਾਰਟੀ ਦੀ ਜਿਹੜੀ ਜਾਂ ਸਰਕਾਰ ਦੀ ਕਿਰਕਰੀ ਹੋਈ ਹੈ ਕਾਫੀ। ਤਾਂ ਆਪ ਸੁਪਰੀਮੋ ਨੂੰ ਵੀ ਪਤਾ ਲੱਗਿਆ ਕਿ ਮੁੱਖ ਮੰਤਰੀ ਨੇ ਇਸ ਮਸਲੇ 'ਤੇ ਮਸ਼ਵਰਾ ਕੀਤਾ ਹੈ ਅਤੇ ਮੁੱਖ ਮੰਤਰੀ ਨੇ ਵੀ ਚਾਹਿਆ ਕਿ ਸਾਡੇ ਜਿਹੜੇ ਵਿਧਾਇਕ ਹੈ ਉਹ ਅਜੇ ਵੀ ਜਿਹੜੀਆਂ ਪਹਿਲਾਂ ਨਸੀਹਤਾਂ ਦਿੱਤੀਆਂ ਉਹ 'ਤੇ ਨਹੀਂ ਚੱਲ ਰਹੇ ਜੀ, ਔਰ ਉਹਨਾਂ ਨੂੰ ਅੱਜ ਇਸ ਮੀਟਿੰਗ ਦੇ ਵਿੱਚ 2-3 ਗੱਲਾਂ ਮੁੱਖ ਤੌਰ 'ਤੇ ਭਗਵੰਤ ਮਾਨ ਨੇ ਕਹੀਆਂ ਨੇ। ਜੀ, ਇੱਕ ਤਾਂ ਉਹਨਾਂ ਨੇ ਕਿਹਾ ਹੈ ਕਿ ਅੱਜ ਤੋਂ ਬਾਅਦ ਤੁਸੀਂ ਕਿਸੇ ਕਿਸਮ ਦੀ ਕੋਈ ਛਾਪੇਮਾਰੀ ਜਿਹੜੀ ਰੇਡ ਹੈ ਉਹ ਨਹੀਂ ਕਰਨੀ। ਜੀ, ਜੇ ਕਿਤੇ ਕਰਨਾ ਵੀ ਹੈ ਤਾਂ ਬਿਲਕੁਲ ਗੁਪਤ ਤਰੀਕੇ ਨਾਲ ਇੱਕ ਭਾਈਚਾਰਕ ਤੌਰ 'ਤੇ ਜਾਣਾ ਹੈ। ਇੰਸਪੈਕਸ਼ਨ ਦੇ ਰੂਪ ਦੇ ਵਿੱਚ ਜਾ ਸਕਦੇ ਹੋ, ਤੁਸੀਂ ਉਹਨਾਂ ਦੀਆਂ ਕਮੀਆਂ ਜਾਣ ਸਕਦੇ ਹੋ। ਕਿਸੇ ਸਕੂਲ 'ਚ ਗਏ ਹੋ, ਕਿਸੇ ਹਸਪਤਾਲ 'ਚ ਗਏ ਹੋ ਜਾਂ ਕਿਸੇ ਹੋਰ ਅਦਾਰੇ ਦੇ ਵਿੱਚ ਗਏ ਹੋ, ਉਹਨਾਂ ਦੇ ਮੁਲਾਜ਼ਮਾਂ ਨਾਲ ਜਾਂ ਉੱਥੇ ਆਏ ਲੋਕਾਂ ਤੋਂ ਪੁੱਛ ਸਕਦੇ ਹੋ ਕਿ ਇਹਦੇ ਵਿੱਚ ਕੀ ਸੁਧਾਰ ਹੋ ਸਕਦੇ ਨੇ। ਜੀ, ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੀ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਦੇ ਜਾਂ ਬਿਊਰੋਕਰੇਸੀ ਹੈ, ਉਹਨਾਂ ਦਾ ਜਿਹੜਾ ਰਵੱਈਆ ਹੈ MLAs ਦਾ ਉਹ ਇੱਕ ਦੋਸਤਾਨਾ ਸੁਰ ਵਾਲਾ ਹੋਣਾ ਚਾਹੀਦਾ ਹੈ। ਇਹ 2 ਗੱਲਾਂ ਉਹਨਾਂ ਨੇ ਕਹੀਆਂ ਨੇ। ਹੁਣ ਇਹ 'ਤੇ ਕਿੰਨਾ ਕੁ ਵਿਧਾਇਕ ਹੈ ਜਿਹੜੇ ਪਹਿਰਾ ਦਿੰਦੇ ਨੇ ਜਾਂ ਕਿੰਨਾ ਕੁ ਅਮਲ ਕਰਦੇ ਨੇ, ਇਹ ਸਾਡੇ ਸਾਹਮਣੇ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਏਗਾ। ਜੀ, ਪਰ ਪਿਛਲੇ ਦਿਨਾਂ 'ਚ ਉੱਪਰੋਂ ਥੱਲੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੀਗੀਆਂ, ਚਾਹੇ ਜਿਸ ਤਰ੍ਹਾਂ ਤੁਸੀਂ ਕਹਿ
ਲੁਧਿਆਣੇ ਵਾਲੀ ਮਹਿਲਾ ਵਿਧਾਇਕ ਦੀ ਗੱਲ ਹੋਵੇ, ਜਲੰਧਰ ਵਾਲੇ 2 ਵਿਧਾਇਕਾਂ ਦੀ ਗੱਲ ਹੋਵੇ, ਬਿਲਕੁਲ ਸ਼ਤਰਾਣੇ ਵਾਲੇ ਵਿਧਾਇਕ ਦੀ ਗੱਲ ਹੋਵੇ, ਜਾਂ ਜੌੜੇ ਮਾਜਰਾ ਵਾਲੀ ਗੱਲ ਹੋਵੇ, ਕੌਣ ਠੀਕ ਹੈ ਕੌਣ ਗਲਤ ਹੈ ਇਹ ਇੱਕ ਵੱਖਰੀ ਗੱਲ ਹੈ। ਪਰ ਸਰਕਾਰ ਨੂੰ ਲੱਗਦਾ ਹੈ ਕਿ ਜੇ ਅਸੀਂ ਸਮੂਥ ਆਪਣੀ ਗੱਡੀ ਲੀਹ 'ਤੇ ਚਲਾਉਣੀ ਹੈਗੀ ਆ ਤਾਂ ਉਹਦੇ ਲਈ ਅਫਸਰਾਂ, ਬਿਊਰੋਕਰੇਸੀ ਦਾ ਔਰ ਸਾਡੇ ਜਿਹੜੇ ਰੂਲਿੰਗ ਪਾਰਟੀ ਦੇ ਵਿਧਾਇਕ ਹੈ ਜਾਂ ਵਜ਼ੀਰ ਹੈ ਉਹਨਾਂ ਦੇ ਵਿੱਚ ਇੱਕ ਕੋਆਰਡੀਨੇਸ਼ਨ ਹੋਣੀ ਜਿਹੜੀ ਉਹ ਜ਼ਰੂਰੀ ਹੈਗੀ ਹੈ। ਜਿਸ ਟਾਈਮ ਆਪ ਦੀ ਦਿੱਲੀ ਦੇ ਵਿੱਚ ਸਰਕਾਰ ਬਣੀ ਸੀਗੀ ਤਾਂ ਉੱਥੇ ਵੀ ਇਸ ਕਿਸਮ ਦੀਆਂ ਜਿਹੜੀਆਂ ਦਿੱਕਤਾਂ ਸਾਹਮਣੇ ਆਈਆਂ ਸੀ ਸ਼ੁਰੂਆਤੀ ਦੌਰ ਦੇ ਵਿੱਚ। ਆਪਣੇ ਦਰਸ਼ਕਾਂ ਨੂੰ ਪਤਾ ਹੋਵੇਗਾ ਕਿ ਮਨੀਸ਼ ਸਿਸੋਦੀਆ ਵੀ ਜੀ ਉੱਥੇ ਇਸ ਤਰ੍ਹਾਂ ਦੀ ਛਾਪੇਮਾਰੀ ਕਰਿਆ ਕਰਦੇ ਸੀ। ਬਿਲਕੁਲ ਪਰ ਉਹਨਾਂ ਨੇ ਟਾਈਮ ਪਾ ਕੇ ਇਹਨਾਂ ਗੱਲਾਂ ਤੋਂ ਲਰਨ ਕੀਤਾ ਹੈ। ਤਾਂ ਸਾਡੇ ਪੰਜਾਬ ਦੇ ਵਿਧਾਇਕਾਂ ਨੂੰ ਵੀ ਚਾਹੀਦਾ ਹੈ ਜਾਂ ਵਜ਼ੀਰਾਂ ਨੂੰ ਚਾਹੀਦਾ ਹੈ ਕਿ ਹੁਣ ਉਹਨਾਂ ਨੂੰ 4 ਮਹੀਨੇ ਹੋ ਗਏ ਨੇ। ਠੀਕ ਹੈ ਕਿ ਵਿਰੋਧੀ ਧਿਰਾਂ ਦੇ ਲੋਕ ਆ ਜਿਹੜੇ ਕਹਿੰਦੇ ਨੇ ਕਿ ਇਹ ਲੋਕ ਅਣਜਾਣ ਨੇ, ਪਰ ਮੈਨੂੰ ਆਤਿਸ਼ ਲੱਗਦਾ ਹੈ ਕਿ ਠੀਕ ਹੈ ਇਹ ਨਿਊ ਕਮਰ ਹੈ, ਪਰ ਇਹ ਅਣਜਾਣ ਨਹੀਂ, ਇਹ ਨਾ ਸਮਝ ਆਪਾਂ ਕਹਿ ਸਕਦੇ ਹਾਂ। ਜੀ ਅਣਜਾਣਤਾ ਇਹ ਹੈ ਕਿ ਇੱਕ ਗਲਤੀ ਕਰਨ ਤੋਂ ਬਾਅਦ ਦੂਸਰੇ ਸਿੱਖ ਜਾਣ ਅਮਲ ਦੇ ਵਿੱਚੋਂ, ਹਕੀਕਤ ਦੇ ਵਿੱਚੋਂ, ਪਰ ਜੇ ਨਹੀਂ ਸਿੱਖਦੇ ਤਾਂ ਮਤਲਬ ਕਿ ਨਾ ਸਮਝ ਹੈਗੀ ਹੈ। 2-3 ਗੱਲਾਂ ਆਤਿਸ਼ ਹੈਗੀਆਂ ਨੇ ਕਿ ਇੱਕ ਤਾਂ ਨਵੇਂ ਹੋਣ ਕਰਕੇ ਇਹਨਾਂ ਦੀ ਕੋਈ ਬੈਕਗਰਾਊਂਡ ਹੈ ਜਿਹੜੀ ਉਸ ਕਿਸਮ ਦੀ ਸਿਆਸਤ ਵਾਲੀ ਨਹੀਂ ਹੈਗੀ, ਜੀ ਜਾਂ ਉਸ ਤਰ੍ਹਾਂ ਇਹ ਗਰਾਊਂਡ ਤੋਂ ਨਹੀਂ ਉੱਠੇ, ਕਿਉਂਕਿ ਪੁਰਾਣੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਵਿਧਾਇਕਾਂ ਦੀ, ਵਜ਼ੀਰਾਂ ਦੀ ਜਾਂ ਮੁੱਖ ਮੰਤਰੀਆਂ ਦੀ, ਉਹ ਹੌਲੀ ਹੌਲੀ ਇੱਕ ਸਿਆਸਤ ਦੀ ਪੌੜੀ ਚੜ੍ਹੇ ਸੀ ਕਿ ਪਹਿਲਾਂ ਪੰਚਾਇਤ ਮੈਂਬਰ ਬਣੇ, ਫਿਰ ਸਰਪੰਚ ਬਣੇ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਫਿਰ ਐਮਐਲਏ, ਫਿਰ ਵਜ਼ੀਰ ਬਣੇ ਜੀ। ਤਾਂ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਉਹ ਆਪਣੀ ਪ੍ਰੈਕਟਿਸ ਦੇ ਵਿੱਚੋਂ ਲਰਨ ਕਰ ਜਾਂਦੇ ਸੀ। ਉਸ ਲਰਨ ਦੇ ਵਿੱਚੋਂ ਅੱਗੇ ਜਾ ਕੇ ਉਹ ਸਿੱਖ ਜਾਂਦੇ ਸੀ। ਇਸੇ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਬਹੁਤ ਵਾਰੀ ਕਿ ਇਹ ਬੜੇ ਘਾਗ ਸਿਆਸਤਦਾਨ ਨੇ ਜੀ। ਤਾਂ ਹੌਲੀ ਹੌਲੀ ਇਹਨਾਂ ਨੂੰ ਚਾਹੀਦਾ ਹੈ ਕਿ ਹੁਣ ਇਹਨਾਂ ਨੂੰ ਮੈਚਿਓਰ ਹੋਣਾ ਚਾਹੀਦਾ ਹੈਗਾ, ਕਿਉਂਕਿ ਐਮਐਲਏ ਨਾਲ ਹੀ ਸਾਰੀ ਸਰਕਾਰ ਜੇ ਉਹਨਾਂ ਦੀ ਰਿਫਲੈਕਸ਼ਨ ਇਸ ਕਿਸਮ ਦੀ ਜਾਏਗੀ ਸਮਾਜ ਦੇ ਵਿੱਚ ਤਾਂ ਉਹਦਾ ਅਸਰ ਹੈ ਜਿਹੜਾ ਸਮੁੱਚੀ ਸਰਕਾਰ 'ਤੇ ਪੈਂਦਾ ਹੈਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਆਤਿਸ਼ ਇਹ ਵੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਚਾਹੇ ਇਹ ਨਵੇਂ ਨੇ ਆਪਾਂ ਕਹਿ ਲਈਏ ਜੀ, ਪਰ ਜਦੋਂ ਆਪਾਂ ਦੂਸਰੀ ਤਰਫ ਇਹ ਕਹਿੰਦੇ ਕਿ ਉਹ ਬੜੇ ਤਜਰਬੇਕਾਰ ਸੀ ਤਾਂ ਲੋਕ ਇਹ ਵੀ ਪੁਆਇੰਟ ਆਊਟ ਕਰਦੇ ਨੇ ਕਿ ਅਸੀਂ ਜਿਹੜੇ ਇੰਨੇ ਤਜਰਬੇਕਾਰ ਲੋਕ ਆ ਸੀ ਉਹ ਪੰਜਾਬ ਨੂੰ ਕਿੱਥੇ ਲੈ ਗਏ। ਬਿਲਕੁਲ ਅਗਰ ਉਹ ਐਕਸਪੀਰੀਅੰਸ ਹੈਂਡ ਸੀ, ਉਹ ਇੱਕ ਸਿਆਸਤ ਦੇ ਵਿੱਚੋਂ ਫੈਮਲੀਆਂ 'ਚੋਂ ਉੱਠ ਕੇ ਆਏ ਸੀ, ਤਾਂ ਉਹਨਾਂ ਨੇ ਪੰਜਾਬ ਨੂੰ ਕਿੱਥੇ ਲਿਜਾ ਕੇ ਖੜਾ ਕੀਤਾ ਜਿਹੜੇ ਤਜਰਬੇਕਾਰ ਸੀਗੇ। ਜੀ ਤਾਂ ਨਵਾਂ ਪੂਰ ਇੱਕ ਆਇਆ ਹੈ ਸਿਆਸਤ ਦੇ ਵਿੱਚ 92 ਵਿਧਾਇਕਾਂ ਦਾ। ਠੀਕ ਹੈ, ਜਿਸ ਤਰ੍ਹਾਂ ਕਹਿੰਦੇ ਕਿ ਆਮ ਘਰਾਂ 'ਚੋਂ ਹੈਗੇ ਨੇ, ਹੌਲੀ ਹੌਲੀ ਸਿੱਖ ਜਾਣਗੇ ਸਿਆਸਤ, ਜੀ, ਪਰ ਇਹਨਾਂ ਨੂੰ ਸਿੱਖਣ ਵਾਲੇ ਰਾਹ 'ਤੇ ਜਿਹੜਾ ਪੈਣਾ ਹੈਗਾ। ਇਹਨਾਂ ਦੇ ਵਿੱਚ ਸਾਨੂੰ ਕੁਝ ਚੀਜ਼ਾਂ, ਜਿਵੇਂ ਇੱਕ ਪੋਲੀਟੀਸ਼ੀਅਨ ਨੂੰ ਚਾਹੀਦਾ ਉਹਦੇ 'ਚ ਠਰਮਾ ਹੋਣਾ ਚਾਹੀਦਾ, ਸਬਰ ਸੰਤੋਖ ਹੋਣਾ ਚਾਹੀਦਾ, ਇੰਨਾ ਵੋਕਲ ਨਹੀਂ ਹੋਣਾ ਚਾਹੀਦਾ। ਪਰ ਇਹ ਬਿਲਕੁਲ, ਕਿਉਂਕਿ ਇੱਕ ਤਾਂ ਸਾਫ਼ ਦਿਲ ਦੇ ਹੈਗੇ ਨੇ ਕਿਤੇ ਨਾ ਕਿਤੇ, ਜੀ ਬਿਲਕੁਲ। ਇੱਕ ਇਹ ਹੈ ਕਿ ਇਹਨਾਂ ਨੂੰ ਆਪਣੀਆਂ ਤਾਕਤਾਂ ਦਾ, ਆਪਣੇ ਅਖਤਿਆਰਾਂ ਦਾ ਵੀ ਨਹੀਂ ਪਤਾ। ਹਾਲਾਂਕਿ ਵਿਧਾਇਕ ਦਾ ਜਿਹੜਾ ਕੰਮ ਹੈ ਅਸਲੀ, ਜਿਵੇਂ ਆਪਾਂ ਨੀਤੀ ਘੜੇ ਕਹਿੰਦੇ ਆ ਕਿ ਪਾਲਿਸੀ ਮੇਕਿੰਗ ਦਾ ਹੁੰਦਾ ਹੈ, ਅਸਲ ਵਿਧਾਇਕ ਦਾ ਜਿਹੜਾ ਰੋਲ ਹੈ ਉਹ ਵਿਧਾਨ ਸਭਾ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਉਹ ਕੀ ਭੂਮਿਕਾ ਅਦਾ ਕਰਦਾ ਹੈਗਾ। ਜੀ, ਅਸਲੀ ਰੋਲ ਉਹ ਹੁੰਦਾ ਹੈ ਬਦਲੀਆਂ ਕਰਾਉਣੀਆਂ, ਪੋਸਟਿੰਗਾਂ ਕਰਾਉਣੀਆਂ, ਉਹ ਵਿਧਾਇਕ ਦਾ ਰੋਲ ਨਹੀਂ। ਕਿਸੇ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਬੈਸਟ ਵਿਧਾਨਕਾਰ ਦਾ ਅਵਾਰਡ ਵੀ ਦਿੱਤਾ ਜਾਂਦਾ ਸੀ। ਦੇਖਿਆ ਜਾਂਦਾ ਸੀ ਕਿ ਅਸੈਂਬਲੀ ਦੇ ਵਿੱਚ ਵਿਧਾਇਕਾਂ ਦੀ ਭੂਮਿਕਾ ਕੀ, ਕਿਹੜਾ ਵਿਧਾਇਕ ਹੈ ਜਿਹੜਾ ਵਧੀਆ ਪਰਫਾਰਮ ਕਰਦਾ ਹੈਗਾ, ਜਿਹਨੂੰ ਪੂਰਾ ਗਿਆਨ ਹੈਗਾ ਨਿਯਮਾਂ ਦਾ ਜਾਂ ਪ੍ਰੋਸੀਡਿੰਗਸ ਦਾ, ਤਾਂ ਉਹਨੂੰ ਅਵਾਰਡ ਦਿੱਤਾ। ਹੁਣ ਤਾਂ ਉਹ ਅਵਾਰਡ ਵੀ ਜਿਹੜਾ ਹੈਗਾ ਬੰਦ ਕਰ ਦਿੱਤਾ ਗਿਆ ਜੀ। ਤਾਂ ਪੰਜਾਬ ਦੇ ਵਿੱਚ ਇੱਕ ਨਵਾਂ ਪੂਰਾ ਹੈ, ਇਹਨੂੰ ਇੱਕ ਨਵੀਂ ਬਦਲਾਅ ਦੇ ਰੂਪ ਦੇ ਵਿੱਚ ਸਾਨੂੰ ਦੇਖਣਾ ਚਾਹੀਦਾ ਹੈ। ਅਤੇ ਲੋਕਾਂ ਦੀਆਂ ਇਛਾਵਾਂ ਨੇ, ਇਸ ਗੱਲ ਦਾ ਵੀ ਵਿਧਾਇਕਾਂ ਨੂੰ ਜਿਹੜਾ ਖਿਆਲ ਹੈ ਉਹ ਰੱਖਣਾ ਚਾਹੀਦਾ ਹੈ, ਕਿਉਂਕਿ ਲੰਬੇ ਅਰਸੇ ਤੋਂ ਪੰਜਾਬ ਦੇ ਵਿੱਚ ਇੱਕ ਲੀਡਰਸ਼ਿਪ ਦਾ ਜਿਹੜਾ ਕ੍ਰਾਈਸਿਸ ਹੈ ਜਾਂ ਖਲਾਅ ਹੈ ਉਹ ਪੈਦਾ ਹੋਇਆ ਹੈ। ਜੀ ਬਿਲਕੁਲ। ਉਹਦਾ ਕਾਰਨ ਆਤਿਸ਼ ਸਾਰੇ ਸਮਝਦੇ ਨੇ ਕਿ ਜਿਹੜੇ ਸਾਡੇ ਰਵਾਇਤੀ ਪੋਲੀਟੀਸ਼ੀਅਨ ਨੇ, ਚਾਹੇ ਉਹ ਅਕਾਲੀ ਨੇ, ਚਾਹੇ ਉਹ ਕਾਂਗਰਸੀ ਨੇ, ਜਦੋਂ ਦਾ ਉਹਨਾਂ ਦੇ ਪਰਿਵਾਰਵਾਦ ਭਾਰੂ ਹੋਇਆ ਹੈ, ਇੱਕ ਤਾਂ ਉਹਨਾਂ ਨੂੰ ਇਹ ਲੱਗਦਾ ਹਰ ਲੀਡਰ ਨੂੰ, ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸੀ, ਪ੍ਰੈਕਟਿਸ ਦੇ ਵਿੱਚ ਅਸੀਂ ਦੇਖਦੇ ਹਾਂ ਜੀ ਬਿਲਕੁਲ। ਉਹਨਾਂ ਨੂੰ ਲੱਗਦਾ ਕਿ ਮੇਰੇ ਹਲਕੇ ਨੂੰ ਮੇਰੇ ਤੋਂ ਬਾਅਦ ਜੇ ਸੰਭਾਲੇ ਤਾਂ ਮੇਰਾ ਪੁੱਤਰ ਸੰਭਾਲੇ, ਮੇਰਾ ਭਤੀਜਾ ਸੰਭਾਲੇ, ਮੇਰੀ ਧੀ ਸੰਭਾਲੇ। ਤਾਂ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਅੱਗੇ ਵਧਾਇਆ, ਸਿਆਸਤ ਦੀ ਗੁੜਤੀ ਦਿੱਤੀ। ਉਸ ਹਲਕੇ ਦੇ ਵਿੱਚ ਜਿਹੜੇ ਹੋਰ ਸੰਭਾਵਨਾਵਾਂ ਸੀ ਲੀਡਰਸ਼ਿਪ ਦੇ ਪੈਦਾ ਹੋਣ ਦੀਆਂ, ਜੀ, ਤਾਂ ਇਸੇ ਆੜ 'ਚ ਕਿ ਕੋਈ ਨੇਤਾ ਉੱਭਰੇ ਨਾ, ਉਹਨਾਂ ਨੂੰ ਦਬਾ ਕੇ ਵੀ ਰੱਖਿਆ। ਬਿਲਕੁਲ। ਤਾਂ ਇਹੀ ਕਾਰਨ ਹੈ, ਪਹਿਲਾਂ ਸਕੂਲਾਂ 'ਚੋਂ
ਖਾਸ ਕਰਕੇ ਕਾਲਜਾਂ ਦੇ ਵਿੱਚ ਸਟੂਡੈਂਟ ਇਲੈਕਸ਼ਨਸ ਹੁੰਦੀਆਂ ਸੀ, ਯੂਨੀਵਰਸਿਟੀਆਂ 'ਚ ਹੁੰਦੀਆਂ ਸੀ। ਹੁਣ ਲੰਬੇ ਅਰਸੇ ਦੇ ਵਿੱਚ ਉਹ ਚੋਣਾਂ ਵੀ ਨਹੀਂ ਹੋਈਆਂ। ਕਿਤੇ ਨਾ ਕਿਤੇ ਇਹ ਵੀ ਵਜ੍ਹਾ ਹੋਏਗੀ ਕਿਉਂਕਿ ਬਹੁਤ ਸਾਰੇ ਨੇਤਾ ਜਿਹੜੇ ਅੱਜ ਵੀ ਪੋਲੀਟਿਕਸ ਦੇ ਵਿੱਚ ਹੈ, ਰਵਾਇਤੀ ਧਿਰਾਂ ਦੇ ਵਿੱਚ, ਜੀ ਉਹਨਾਂ ਦੇ ਵਿੱਚ ਉਹੀ ਨੇ ਜਿਹੜੇ ਇਸ ਕਾਲਜਾਂ ਦੇ ਵਿੱਚੋਂ ਆਏ ਹੋਏ ਨੇ, ਯੂਨੀਵਰਸਿਟੀਆਂ 'ਚੋਂ ਆਏ ਹੋਏ ਨੇ। ਤਾਂ ਉਹ ਵੀ ਇੱਕ ਗੈਪ ਪਿਆ। ਹੋ ਸਕਦਾ ਹੈ ਕਿ ਡੈਲੀਬਰੇਟਲੀ ਕੋਈ ਅਟੈਂਪਟ ਹੋਵੇ ਰਵਾਇਤੀ ਧਿਰਾਂ ਦੀ, ਸਰਕਾਰਾਂ ਦੀ, ਕਿਉਂਕਿ ਉਹਨਾਂ ਤੇ ਪਰਿਵਾਰਵਾਦ ਹੈ ਜਿਹੜਾ ਉਹ ਭਾਰੂ ਹੈ ਇੱਕ ਤਰੀਕੇ ਨਾਲ। ਹੋਰ ਬਹੁਤ ਸਾਰੀਆਂ ਐਕਟੀਵਿਟੀ ਜਿਵੇਂ ਸਕੂਲਾਂ, ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਅਸੀਂ ਵੀ ਪਾਰਟਿਸਿਪੇਟ ਕਰਦੇ ਹਾਂ। NCC ਹੋ ਗਈ, ਖਾਸ ਕਰਕੇ NSS ਹੋ ਗਈ, ਜੀ ਬਿਲਕੁਲ, ਕਿ ਜਿਹਦੇ ਵਿੱਚ ਤੁਹਾਨੂੰ ਲੀਡਰਸ਼ਿਪ ਕੁਆਲਿਟੀਜ਼ ਅੱਗੇ ਉਭਰਨ ਦੇ ਮੌਕੇ ਮਿਲਦੇ ਨੇ। ਤਾਂ ਇਹ ਚੀਜ਼ਾਂ ਨਾਲ ਪੰਜਾਬ ਦੇ ਵਿੱਚ ਇੱਕ ਵੱਡਾ ਇੱਕ ਗੈਪ ਹੈ ਜਿਹੜਾ ਲੀਡਰਸ਼ਿਪ ਦਾ ਪਿਆ। ਤਾਂ ਉਹ ਸਾਨੂੰ ਬਹੁਤੇ ਨੇਤਾ ਹੈ ਜਿਹੜੇ ਉਹ ਨਜ਼ਰ ਨਹੀਂ ਆਉਂਦੇ। ਪਰ ਇੱਕ ਚੰਗੀ ਗੱਲ ਮੰਨਦੇ ਹਾਂ ਕਿ ਇੱਕ ਨਵਾਂ ਪੂਰ ਹੈ ਜਿਹੜਾ 92 ਵਿਧਾਇਕਾਂ ਦਾ ਜੀ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਨਵਾਂ ਆਇਆ। ਠੀਕ ਹੈ ਕਿ ਹਜੇ ਸਿਖਾਂਦਰੂ ਨੇ, ਪਰ ਇਹਨਾਂ ਨੂੰ ਹਜੇ ਸਿਆਣੇ ਬਣਨ ਦੀ ਲੋੜ ਹੈ। ਉਹ ਇਸੇ ਕਰਕੇ ਸਾਨੂੰ ਝਲਕ ਪੈਂਦੀ ਹੈ ਕਿ ਮੁੱਖ ਮੰਤਰੀ ਨੂੰ ਅੱਜ ਫੇਰ ਇਹਨਾਂ ਵਿਧਾਇਕਾਂ ਨੂੰ ਜਿਹੜੀ ਨਸੀਹਤ ਦੇਣੀ ਪਈ ਹੈ ਕਿ ਤੁਸੀਂ ਆਪਣੀਆਂ ਤਾਕਤਾਂ ਨੂੰ ਪਹਿਚਾਨੋ, ਜੀ ਉਹਨਾਂ ਤਾਕਤਾਂ ਦੇ ਦਾਇਰੇ ਵਿੱਚ ਰਹਿ ਕੇ ਤੁਸੀਂ ਜਿਹੜਾ ਆਪਣਾ ਕੰਮ ਕਰੋ। ਜਿਹੜੀ ਬਿਊਰੋਕ੍ਰੇਸੀ ਨੇ ਤੁਹਾਡੇ ਹੁਕਮਾਂ ਨੂੰ ਮੰਨਣਾ ਹੈ, ਉਹਨਾਂ ਨਾਲ ਜਿਹੜਾ ਤੁਹਾਡਾ ਮਾਹੌਲ ਹੈ ਇੱਕ ਸਦਭਾਵਨਾ ਵਾਲਾ ਹੋਣਾ ਚਾਹੀਦਾ। ਤੁਹਾਡੀ ਇੱਕ ਬੈਸਟ ਕੋਆਰਡੀਨੇਸ਼ਨ ਹੋਣੀ ਚਾਹੀਦੀ ਹੈ। ਉਹਦੇ ਨਾਲ ਹੀ ਜਿਹੜੀ ਸਰਕਾਰ ਹੈ ਉਹ ਆਪਣੀ ਪਾਲਿਸੀਆਂ ਨੂੰ, ਆਪਣੀ ਨੀਤੀਆਂ ਨੂੰ ਅੱਗੇ ਲਿਜਾ ਸਕੇਗੀ। ਜੀ ਚਰਨਜੀਤ ਜੀ, ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕਰਕੇ ਹਟੇ ਮਾਜਰੇ ਜਿਹੜੇ ਜੋੜੇ ਮਾਜਰਾ ਤੇ ਵਿਵਾਦ ਦੀ, ਤਾਂ ਚੇਤਨ ਜੋੜੇ ਮਾਜਰਾ ਵੱਲੋਂ ਜਿਹੜੀ ਛਾਪੇਮਾਰੀਆਂ ਪੰਜਾਬ ਭਰ ਦੇ ਵਿੱਚ ਕੀਤੀਆਂ ਗਈਆਂ, ਉਸ ਤੋਂ ਬਾਅਦ ਕਈ ਡਾਕਟਰਾਂ ਵੱਲੋਂ ਜਿਹੜੀ VRS ਅਪਲਾਈ ਕਰ ਦਿੱਤੀ ਗਈ ਹੈ, ਤੇ ਦੂਜੇ ਪਾਸੇ ਦੇਖੀਏ ਕਈ ਅਧਿਕਾਰੀ ਜਿਹੜੇ ਨੇ ਉਹ ਕੇਂਦਰੀ ਡੈਪੂਟੇਸ਼ਨ ਤੇ ਜਾਣ ਦੀ ਤਿਆਰੀ ਕਰ ਰਹੇ ਨੇ, ਮੰਗ ਕਰ ਰਹੇ ਨੇ ਕਿ ਸਾਨੂੰ ਡੈਪੂਟੇਸ਼ਨ ਤੇ ਭੇਜਿਆ ਜਾਵੇ। ਤੁਹਾਨੂੰ ਨਹੀਂ ਲੱਗਦਾ ਵੀ ਕਿ ਇਹ ਜੋੜੇ ਮਾਜਰੇ ਤੋਂ ਬਾਅਦ ਜਿਹੜਾ ਵਿਵਾਦ ਸ਼ੁਰੂ ਹੋਇਆ, ਇਸ ਨਾਲ ਪੰਜਾਬ ਦੀ ਬਿਊਰੋਕ੍ਰੇਸੀ ਅਤੇ ਵਿਧਾਇਕਾਂ ਦੇ ਵਿੱਚ ਕਹਿ ਲਈ ਜਾਂ ਸਿਆਸੀ ਆਗੂਆਂ ਦੇ ਵਿੱਚ ਜਿਹੜਾ ਪਾੜਾ ਸੀਗਾ ਉਹ ਵੱਧਦਾ ਜਾ ਰਿਹਾ? ਦੇਖੋ, ਨੋ ਡਾਊਟ ਫਰਕ ਤਾਂ ਇਹਨਾਂ ਗੱਲਾਂ ਨਾਲ ਪੈਂਦਾ ਹੈਗਾ ਜੀ ਕਿ ਜਿਸ ਤਰ੍ਹਾਂ ਹੁਣ ਵੀ ਖਬਰਾਂ ਆ ਰਹੀਆਂ ਨੇ ਕਿ ਕੁਝ ਡਾਕਟਰਾਂ ਨੇ VRS ਲਈ ਅਪਲਾਈ ਕੀਤਾ ਹੈਗਾ। ਇਸ ਪੂਰੇ ਵਿਵਾਦ ਦੇ ਵਿੱਚ ਕੌਣ ਠੀਕ ਸੀ, ਕੌਣ ਗਲਤ ਸੀ, ਇਹ ਤਾਂ ਆਪੋ ਆਪਣੇ ਲੌਜਿਕ ਹੈ ਜਿਹੜੇ ਹੋ ਸਕਦੇ ਨੇ। ਬਿਲਕੁਲ, ਜੋੜੇ ਮਾਜਰਾ ਨਾਲ ਜੁੜੇ ਹੋਏ ਲੋਕ ਉਹਨਾਂ ਦਾ ਤਰਕ ਦੇ ਰਹੇ ਨੇ। ਜਿਹੜੇ ਦੂਸਰੇ ਅਕਾਦਮਿਕ ਸੈਕਸ਼ਨ ਹੈ ਉਹ VC ਦੇ ਪੱਖ ਦੇ ਵਿੱਚ ਤਰਕ ਦੇ ਰਿਹਾ ਹੈਗਾ। ਇਹਦਾ ਰਿਜ਼ਲਟ ਕੀ ਨਿਕਲੇਗਾ ਇਹ ਤਾਂ ਚਲੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਇੱਕ ਗੈਪ ਹੈ ਜਿਹੜਾ ਉਹ ਜ਼ਰੂਰ ਪੈਦਾ ਹੋਇਆ ਇਸ ਰੌਲੇ ਰੱਪੇ ਦੇ ਵਿੱਚ। ਜੀ ਜਿਸ ਤਰ੍ਹਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਆਈ ਹੈ ਕਿ ਜਿਹੜੇ ਬਹੁਤ ਸਾਰੇ IAS ਅਧਿਕਾਰੀ ਹੈ ਉਹ ਇੱਛੁਕ ਨੇ ਕਿ ਅਸੀਂ ਸੈਂਟਰਲ ਡੈਪੂਟੇਸ਼ਨ 'ਤੇ ਚਲੇ ਜਾਈਏ, ਜੀ ਜਿਹਦੇ ਵਿੱਚ ਅੱਧੀ ਦਰਜਨ ਜਿਹੜੇ IAS ਅਧਿਕਾਰੀਆਂ ਦੇ ਨਾਂ ਆਏ ਹੈ, ਜਿਨ੍ਹਾਂ ਦੇ ਵਿੱਚ ਅਨੁਰਿਧ ਤਿਵਾੜੀ ਜਿਹੜੇ ਸਾਡੇ ਚੀਫ ਸੈਕਟਰੀ ਸੀ ਪਹਿਲੇ, ਜੀ ਰਾਹੁਲ ਤਿਵਾੜੀ ਨੇ, ਕਰਨਾ ਰਾਜੂ ਨੇ, ਰਵਨੀਤ ਕੌਰ ਜੀ ਨੇ, ਸੀਮਾ ਜੈਨ ਨੇ, ਤਕਰੀਬਨ ਅੱਧੀ ਦਰਜਨ 6-7 ਅਧਿਕਾਰੀ ਹੈਗੇ ਨੇ ਜਿਹੜੇ ਇੱਛਾ ਰੱਖਦੇ ਨੇ। ਚਾਹੇ ਇੱਕ ਰੂਟੀਨ ਦਾ ਮੈਟਰ ਅਸੀਂ ਕਹਿ ਸਕਦੇ ਹਾਂ ਜੀ ਕਿ ਰੂਟੀਨ 'ਚ ਜਿਹੜੇ ਅਧਿਕਾਰੀ ਸੈਂਟਰ ਡੈਪੂਟੇਸ਼ਨ 'ਤੇ ਜਾਂਦੇ ਨੇ। ਪੰਜਾਬ ਦੇ ਵਿੱਚ ਜਿਹੜੀਆਂ ਸੈਕਸ਼ਨ ਪੋਸਟਾਂ IAS ਅਫਸਰਾਂ ਦੀਆਂ 231 ਦੇ ਕਰੀਬ ਹੈ ਜੀ ਔਰ ਸਾਡੇ ਕੋਲ 16.5% ਹੈ ਜਿਹੜੇ IAS ਅਧਿਕਾਰੀ ਪਹਿਲਾਂ ਹੀ ਘੱਟ ਹੈ। ਹੁਣ ਕੁਛ ਅਧਿਕਾਰੀ ਜਿਹੜੇ ਡੈਪੂਟੇਸ਼ਨ 'ਤੇ ਜਾ ਰਹੇ ਆ। IAS ਮਹਿਲਾ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਹੈ, ਉਹਨਾਂ ਨੇ ਪਿਛਲੇ ਦਿਨਾਂ 'ਚ VRS ਲਈ ਅਪਲਾਈ ਕੀਤਾ, ਚਾਹੇ ਉਹਨਾਂ ਦੇ ਕਾਰਨ ਕੋਈ ਹੋਰ ਰਹੇ ਹੋਣ। ਜੀ ਪਰ ਅਧਿਕਾਰੀਆਂ ਨੂੰ ਲੱਗਦਾ ਕਿ ਸਾਡਾ ਜਿਹੜਾ ਤਾਲਮੇਲ ਹੈ ਇਸ ਸਰਕਾਰ ਨਾਲ ਉਹ ਬੈਠ ਨਹੀਂ ਰਿਹਾ, ਕਿਉਂਕਿ ਹੁਣ ਤੱਕ ਇਹ ਸੀ ਆਤਿਸ਼ ਕਿ ਪੰਜਾਬ ਦੀ ਜਿਹੜੀ ਇੰਨੀ ਦੁਰਦਸ਼ਾ ਹੋਈ ਹੈ, ਪੰਜਾਬ ਦੇ ਸਿਰੇ ਇੰਨਾ ਕਰਜ਼ਾ ਚੜਿਆ, ਜੀ ਪੰਜਾਬ ਦੇ ਵਿੱਚ ਇਹਨਾਂ ਕਰਪਸ਼ਨ ਦਾ ਬੋਲਬਾਲਾ ਹੋਇਆ, ਉਹਦੇ 'ਚ ਇਹ ਨਹੀਂ ਕਿ ਇਕੱਲੀ ਲੀਡਰਸ਼ਿਪ ਜ਼ਿੰਮੇਵਾਰ ਹੈ, ਜੀ ਪੋਲੀਟੀਕਲ ਪਾਰਟੀਆਂ ਜ਼ਿੰਮੇਵਾਰ ਹੈ, ਉਹਦੇ ਲਈ ਬਿਊਰੋਕ੍ਰੇਸੀ ਵੀ ਉਨੀ ਜ਼ਿੰਮੇਵਾਰ ਹੈ। ਕਿਉਂਕਿ ਆਪਸ ਦੇ ਵਿੱਚ ਜਿਹੜੇ ਪੋਲੀਟੀਕਲ ਲੋਕ ਹੈ ਜਾਂ ਬਿਊਰੋਕ੍ਰੇਸੀ ਉਹ ਆਪਸ 'ਚ ਇੰਨੀ ਘਿਓ ਖਿਚੜੀ ਹੋ ਗਏ ਨੇ ਕਿ ਉਹਨਾਂ ਦੀ ਪਹਿਚਾਣ ਹੀ ਇਹ ਬਣ ਗਈ ਹੈ ਜੀ ਬਿਲਕੁਲ, ਕਿ ਇਹ ਅਕਾਲੀ ਪੱਖੀ ਬਿਊਰੋਕਰੇਟ ਨੇ, ਇਹ ਜਿਹੜੇ ਕਾਂਗਰਸੀ ਪੱਖੀ ਬਿਊਰੋਕਰੇਟ ਨੇ। ਔਰ ਉਹਨਾਂ ਦੀ ਇੱਕ ਟਰਨ ਵੀ ਬਣੀ ਹੋਈ ਸੀ, ਜਿਵੇਂ ਪੋਲੀਟੀਕਲ ਪਾਰਟੀਆਂ ਦੀ ਬਣੀ ਹੋਈ ਸੀ ਕਿ ਇੱਕ ਧਿਰ ਆਉਂਦੀ ਹੈ ਤਾਂ ਉਸ ਦੇ ਪੱਖ ਦੇ ਬਿਊਰੋਕਰੇਟ ਅਹਿਮ ਪੋਸਟਾਂ 'ਤੇ ਚਲੇ ਜਾਂਦੇ ਸੀ, ਤੇ ਦੂਸਰੀ ਧਿਰ ਦੀ ਸਰਕਾਰ ਆਉਂਦੀ ਸੀ ਤਾਂ ਉਦੋਂ ਉਹ ਚਲੇ ਜਾਂਦੇ ਸੀਗੇ। ਜੀ ਪਰ ਹੁਣ ਨਵੀਂ ਸਰਕਾਰ ਆਈ ਆ, ਹੁਣ ਇਹ ਸਮਝ ਨਹੀਂ ਪੈ ਰਿਹਾ ਬਿਊਰੋਕਰੇਟਾਂ ਦੇ। ਇੱਕ ਤਾਂ ਉੱਦਾਂ ਹੀ ਖੌਫ ਬਣਿਆ ਹੋਇਆ, ਲੱਗਦਾ ਹੈ ਕਿ ਬਦਲਾਅ ਵਾਲੀ ਸਰਕਾਰ ਹੈ, ਜਿਹੜੇ ਕਰਪਟ ਅਧਿਕਾਰੀ ਹੈ ਉਹ ਡਰੇ ਹੋਏ ਨੇ। ਜੀ ਦੂਸਰੇ ਜਿੰਨੇ ਕੁ ਓਨੈਸਟ ਹੈਗੇ ਅਧਿਕਾਰੀ ਹੈਗੇ ਨੇ, ਉਹਨਾਂ ਨਾਲ ਉਸ ਕਿਸਮ ਦੀ ਜਿਹੜੀ ਇਹਨਾਂ ਦੀ ਆਪਸੀ ਤਾਲਮੇਲ ਹੈ ਜਿਹੜਾ ਉਹ ਨਹੀਂ ਬਣ ਰਿਹਾ ਹੈਗਾ। ਜੀ ਇਸ ਕਰਕੇ ਕਿਤੇ ਨਾ ਕਿਤੇ ਗੈਪ ਤਾਂ ਹੈਗਾ ਇਹਨਾਂ ਦੇ ਵਿੱਚ। ਮੇਰੇ ਯਾਦ ਹੈ ਕਿ ਜਿਸ ਤਰ੍ਹਾਂ
ਜੋ 2012 ਦੀਆਂ ਇਲੈਕਸ਼ਨ ਸੀਗੀਆਂ ਜਦੋਂ, ਜੀ ਤਾਂ ਉਦੋਂ ਇਹ ਲੱਗਦਾ ਸੀ ਕਿ ਕਾਂਗਰਸ ਦੀ ਸਰਕਾਰ ਆਏਗੀ, ਤਾਂ ਜਿਹੜੇ ਉਹਨਾਂ ਦੇ ਵਾਲੇ ਅਧਿਕਾਰੀ ਸੀਗੇ ਤਾਂ ਉਹ ਮਠਿਆਈ ਦੇ ਡੱਬੇ ਲੈ ਕੇ ਪਟਿਆਲੇ ਪਹੁੰਚ ਗਏ ਸੀਗੇ। ਬਿਲਕੁਲ। ਤੇ ਜਦੋਂ ਲੱਗਿਆ ਕਿ ਪਾਸਾ ਪਲੜਾ ਤੇ ਉਹਨਾਂ ਨੇ ਗਾਹਾਂ ਉਹ ਬਾਦਲ ਪਿੰਡ ਨੂੰ ਆਪਣੀਆਂ ਗੱਡੀਆਂ ਭਜਾ ਲਈਆਂ ਸੀ। ਜੀ ਵੱਡੇ ਬਾਦਲ ਬੜੇ ਚਟਕਾਰੇ ਲੈ ਕੇ ਇਹ ਗੱਲ ਨੂੰ ਸੁਣਾਉਂਦੇ ਹੁੰਦੇ ਨੇ ਕਿ ਮੈਂ ਇੱਕ ਅਧਿਕਾਰੀ ਨੂੰ ਕਿਹਾ ਕਿ ਡੱਬੇ ਦੇ ਉੱਪਰ ਅਮਰਿੰਦਰ ਸਿੰਘ ਵਾਲਾ ਸਟicker ਤਾਂ ਪੱਟ ਲੈਣਾ ਸੀਗਾ। ਜੀ ਤਾਂ ਇਹ ਤਾਂ ਠੀਕ ਹੈ ਕਿ ਅਧਿਕਾਰੀ ਤਾਂ ਇੱਕ ਸਰਕਾਰ ਦੇ ਹੁੰਦੇ ਨੇ, ਪਰ ਅਸੀਂ ਦੂਸਰੀਆਂ ਸਟੇਟਾਂ ਨਾਲ ਨਹੀਂ ਮਿਲ ਸਕਦੇ। ਸਾਡੀ ਬਿਊਰੋਕਰੇਸੀ ਦਾ ਜਿਹੜੀ ਤਸਵੀਰ ਹੈ ਹੋਰ ਕਿਸਮ ਦੀ ਹੈਗੀ ਹੈ। ਤਾਂ ਜਿੰਨੇ ਵੀ ਅਧਿਕਾਰੀ ਹੈਗੇ ਨੇ ਉਹਨਾਂ ਦੇ 'ਚ ਕੁਛ 'ਚ ਖੌਫ ਹੈਗਾ, ਕੁਛ 'ਚ ਤਾਲਮੇਲ ਨਹੀਂ ਬੈਠ ਰਿਹਾ, ਕਿਉਂਕਿ ਜਿੰਨੀ ਇੱਕ ਤਾਂ ਇਹ ਵੀ ਹੁੰਦਾ ਆਤਿਸ਼ ਕਿ ਸਾਡੇ ਕਹਿੰਦਾ ਬਿਊਰੋਕਰੇਸੀ ਹਮੇਸ਼ਾ ਹੀ ਕਿਸੇ ਨਾ ਕਿਸੇ ਰੂਪ ਵਿੱਚ ਡੋਮੀਨੇਟ ਕਰਦੀ ਰਹੀ ਹੈਗੀ ਹੈ। ਉਹਦਾ ਕਾਰਨ ਇਹ ਕਿ ਨੇਤਾ ਲੋਕ ਜੇ ਤਾਂ ਕਰਪਟ ਹੋਣਗੇ ਫਿਰ ਤਾਂ ਉਹ ਮਿਕਸ ਅਪ ਹੋ ਜਾਣਗੇ ਉਹਨਾਂ ਨਾਲ। ਬਿਲਕੁਲ। ਜਿਹੜੇ ਇਮਾਨਦਾਰ ਹੁੰਦੇ ਜਾਂ ਜਿਨ੍ਹਾਂ ਨੂੰ ਇੰਨੀ ਸਮਝ ਨਹੀਂ ਹੈਗੀ ਹੈ ਨੀਤੀਆਂ ਦੀ, ਤਾਂ ਉਹਨਾਂ ਦੀ ਨਿਰਭਰਤਾ ਹੈ ਜਿਹੜੀ ਬਿਊਰੋਕਰੇਸੀ 'ਤੇ ਵੱਧ ਜਾਂਦੀ ਹੈ। ਜੀ ਜਦੋਂ ਨਿਰਭਰਤਾ ਵੱਧ ਜਾਂਦੀ ਹੈ ਫਿਰ ਉਹਦੇ ਨਾਲ ਕਿ ਉਹ ਆਪਣੇ ਤਰੀਕੇ ਨਾਲ ਰਿਵੋਲਵ ਕਰਨੇ ਸ਼ੁਰੂ ਕਰ ਦਿੰਦੇ ਨੇ। ਤਾਂ ਇਹਨਾਂ ਦੀ ਸਰਕਾਰ ਦੇ ਵੀ ਬਹੁਤ ਸਾਰੇ ਮੰਤਰੀਆਂ ਦੀ ਇਹ ਸ਼ਿਕਾਇਤ ਹੈ ਕਿ ਬਿਊਰੋਕਰੇਸੀ ਸਾਡੀ ਗੱਲ ਨਹੀਂ ਸੁਣਦੀ। ਅਗਰ ਲੀਡਰ ਦੇ ਪੱਲੇ ਖੁਦ ਹੋਏਗਾ, ਉਹ ਸਾਰੀਆਂ ਚੀਜ਼ਾਂ ਦਾ ਗਿਆਨ ਹੋਏਗਾ, ਫਿਰ ਨਹੀਂ ਮਜ਼ਾਲ ਕਿ ਤੁਹਾਨੂੰ ਕੋਈ ਬਿਊਰੋਕਰੇਟ ਇੱਦਾਂ ਚਲਾ ਸਕਦਾ। ਹਾਲਾਂਕਿ ਬਿਊਰੋਕਰੇਸੀ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਲੋਕਾਂ ਦੇ ਸੇਵਕ ਹੁੰਦੇ ਆ ਜਮਹੂਰੀਅਤ ਦੇ ਵਿੱਚ, ਜੀ ਪਰ ਇਹ ਤਾਂ ਮਾਲਕ ਬਣੇ ਹੋਏ ਨੇ। ਆਮ ਲੀਡਰਾਂ ਨੂੰ ਵੀ ਇਹੀ ਕਹਿੰਦੇ ਕਿ ਅਸੀਂ ਤਾਂ ਆਮ ਕਹੋ ਕਿ ਵੋਟਾਂ ਕਿਸੇ ਤਾਂ ਲੋਕਾਂ ਦੇ ਜਾਂਦੇ ਸੇਵਕ ਹਾਂ, ਜੀ ਪਰ ਬਣੇ ਵੇ ਸਾਡੇ ਮਾਸਟਰ, ਕਿਉਂਕਿ ਉਹ ਜਿਹੜੇ ਵੋਟਾਂ ਵਾਲੇ ਦਿਨ ਹੁੰਦੇ ਉਦੋਂ ਕੋ ਹੁੰਦਾ ਹੈਗਾ ਕੋਈ। ਹੁਣ ਉਹ ਜਮਹੂਰੀਅਤ ਦਾ ਸਮਾਂ ਹੈਗਾ ਅਤੇ ਹੁਣ ਉਹ ਵੇਲੇ ਤਾਂ ਨਹੀਂ ਰਹੇ। ਅਸੀਂ ਪੋਲੀਟੀਕਲ ਸਾਇੰਸ ਦੇ ਵਿੱਚ ਪੋਲੀਟੀਕਲ ਥਿੰਕਰਸ ਦੀਆਂ ਥਿਓਰੀਜ਼ ਪੜ੍ਹਦੇ ਰਹੇ ਸੀ। ਉਹਦੀ ਥਿਓਰੀ ਆਫ ਡਿਵਾਈਨ ਪਾਵਰ ਦੀ ਹੁੰਦੀ ਸੀ ਜੀ ਕਿ ਜਦੋਂ ਅਸੀਂ ਮੰਨਦੇ ਸੀ ਕਿ ਜਿਹੜਾ ਰਾਜਾ ਹੈ ਉਹਨੂੰ ਅਸੀਂ ਧਰਤੀ ਤੇ ਰੱਬ ਮੰਨਦੇ ਸੀ ਕਿ ਉਹਦੇ ਕੋਲੇ ਐਬਸੋਲੂਟ ਪਾਵਰ ਹੁੰਦੀ ਸੀ। ਜੀ ਹੁਣ ਤਾਂ ਲੋਕ ਰਾਜ ਹੈ, ਜਿਹੜੀ ਅਸਲੀ ਸੱਤਾ ਹੈ ਉਹ ਲੋਕਾਂ ਕੋਲੇ ਹੁੰਦੀ ਹੈ। ਬਿਲਕੁਲ। ਇਸ ਕਰਕੇ ਇਹ ਸੱਤਾ ਜਿਹੜੀ ਲੋਕ ਹੈ ਟਰਾਂਸਫਰ ਕਰਦੇ ਹੈ MLA ਦੇ ਰੂਪ ਦੇ ਵਿੱਚ, MP ਦੇ ਰੂਪ ਦੇ ਵਿੱਚ, ਚੀਫ ਮਿਨਿਸਟਰ ਦੇ ਰੂਪ ਦੇ ਵਿੱਚ। ਤਾਂ ਸਾਡੇ ਜਿਹੜੇ ਚੁਣੇ ਨੁਮਾਇੰਦੇ ਆ ਉਹਨਾਂ ਨੂੰ ਆਪਣੇ ਦਾਇਰੇ ਵੀ ਸਮਝਣੇ ਚਾਹੀਦੇ ਆ, ਬਿਊਰੋਕਰੇਸੀ ਨੂੰ ਵੀ ਆਪਣਾ ਦਾਇਰਾ ਸਮਝਣਾ ਚਾਹੀਦਾ, ਔਰ ਇਹਨਾਂ ਦੇ ਵਿੱਚ ਬਿਹਤਰ ਕੋਆਰਡੀਨੇਸ਼ਨ ਵੀ ਹੋਣਾ ਚਾਹੀਦਾ। ਜੀ ਚਰਨਜੀਤ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੀ, ਤਾਂ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ। PPSC ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ 5 ਕਰ ਦਿੱਤੀ ਗਈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਤੁਸੀਂ ਇਸ ਫੈਸਲੇ ਨੂੰ ਪੰਜਾਬ ਸਰਕਾਰ ਦੇ ਕਿਵੇਂ ਦੇਖਦੇ ਹੋ? ਦੇਖੋ, PPSC ਦੇ 10 ਮੈਂਬਰ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਅੱਜ ਫੈਸਲਾ ਕੀਤਾ ਹੈ ਕਿ ਉਹ 10 ਮੈਂਬਰਾਂ ਦੀ ਥਾਂ ਜਿਹੜੇ 5 ਮੈਂਬਰ ਹੋਣਗੇ। ਜੀ ਬਿਲਕੁਲ। ਉਹਨਾਂ 'ਚ ਕਟੌਤੀ ਕੀਤੀ ਹੈ। ਲੌਜਿਕ ਉਹਨਾਂ ਨੇ ਦਿੱਤਾ ਹੈ ਕਿ ਅਸੀਂ ਸਟੇਟ ਜਿਸ ਕਿਸਮ ਦੀ ਸਿਚੁਏਸ਼ਨ ਹਾਲਾਤ ਸਾਡੀ ਬਣੇ ਹੋਏ ਨੇ, ਜੀ ਸਾਡੀ ਇਕੋਨਮੀ ਹੈ ਸਟੇਟ ਦੀ, ਉਹਨਾਂ ਨੂੰ ਦੇਖਦੇ ਹੋਏ ਅਸੀਂ ਕੁਛ ਜਿਹੜਾ ਖਜ਼ਾਨੇ ਤੋਂ ਜਿਹੜਾ ਬੋਝ ਹੈ ਉਹ ਘਟਾਇਆ। ਜਿਵੇਂ ਇੱਕ ਵਿਧਾਇਕ ਇੱਕ ਪੈਨਸ਼ਨ ਵਾਲੀ ਵੇਲੇ ਲੌਜਿਕ ਦਿੱਤਾ ਗਿਆ ਸੀ ਕਿ ਅਸੀਂ ਇਹਨਾਂ ਨੂੰ ਇੰਨੀਆਂ ਤਨਖਾਹ ਦਿੰਦੇ ਹਾਂ, ਇੰਨੇ ਭੱਤੇ ਦਿੰਦੇ ਹਾਂ, ਇੰਨੇ ਗਾਰਡ ਦਿੰਦੇ ਹਾਂ, ਇੰਨੀਆਂ ਗੱਡੀਆਂ ਦਿੰਦੇ ਹਾਂ, ਤੇਲ ਖਰਚਾ, ਮੁਰੰਮਤ ਖਰਚਾ। ਤਾਂ ਉਹ ਕਹਿੰਦੇ ਕਿ ਅਸੀਂ ਇਹਨਾਂ 10 ਤੋਂ 5 ਮੈਂਬਰ ਕਰਕੇ ਉਹ ਘਟਾ ਲਿਆ ਹੈਗਾ। ਇਹ ਸਾਡੇ ਮੁੱਖ ਮੰਤਰੀ ਦਾ ਲੌਜਿਕ ਹੈਗਾ। ਦੇਖੋ ਆਤਿਸ਼, ਜਦੋਂ ਅਸੀਂ ਪੰਜਾਬ ਦੇ ਵਿੱਚ ਖਾਲੀ ਪਈਆਂ ਅਸਾਮੀਆਂ 'ਤੇ ਨਜ਼ਰ ਮਾਰਦੇ ਹਾਂ, ਜੀ ਜਿੰਨੀਆਂ ਖਾਲੀ ਪਈਆਂ ਨੇ, ਤਾਂ ਉਹ ਤੋਂ ਤਾਂ ਸਾਨੂੰ ਇਹ ਲੱਗਦਾ ਹੈ ਕਿ PPSC ਦੇ ਮੈਂਬਰ 10 ਨਹੀਂ ਬਲਕਿ 20 ਹੋਣੇ ਚਾਹੀਦੇ ਆ। ਜੀ ਕਿ ਵਰਕਲੋਡ ਇੰਨਾ ਹੋਣਾ ਚਾਹੀਦਾ ਹੈ ਔਰ ਰੈਗੂਲਰ ਭਰਤੀ ਹੋਣੀ ਚਾਹੀਦੀ ਹੈ। ਇਹ ਤਾਂ ਪ੍ਰੈਕਟੀਕਲ ਗੱਲ ਹੈ। ਪਰ ਜੇ ਸਰਕਾਰਾਂ ਨੇ ਰੁਜ਼ਗਾਰ ਦੇਣਾ ਨਹੀਂ ਹੈਗਾ, PPSC ਕੋਲ ਕੋਈ ਵਰਕਲੋਡ ਹੀ ਨਹੀਂ, ਤਾਂ ਫਿਰ 5 ਵੀ ਬਹੁਤ ਜ਼ਿਆਦਾ ਲੱਗਦੇ ਆ ਸਾਨੂੰ। ਬਿਲਕੁਲ। ਅਸੀਂ ਪਿਛਲੀਆਂ ਕੈਬਨਿਟ ਮੀਟਿੰਗਾਂ 'ਤੇ ਜਦੋਂ ਝਾਤ ਮਾਰਦੇ ਹਾਂ ਉਹ 'ਤੇ ਅਕਸਰ ਇਸ ਕਿਸਮ ਦੇ ਫੈਸਲੇ ਆਉਂਦੇ ਨੇ ਕਿ ਅਸੀਂ ਆਹ ਜਿਹੜੀਆਂ ਪੋਸਟਾਂ ਨੇ ਇਹਨਾਂ ਨੂੰ ਅਸੀਂ PPSC ਦੇ ਦਾਇਰੇ 'ਚੋਂ ਕੱਢ ਕੇ ਇਹ ਬੋਰਡ ਜਾਂ ਡਿਪਾਰਟਮੈਂਟਲ ਬੋਰਡ ਹੋਏਗਾ ਉਹ ਇਹਨਾਂ ਦੀ ਭਰਤੀ ਕਰੇਗਾ। ਜੀ ਫਿਰ PPSC ਦੀ ਕੀ ਤੁਕ ਰਹਿ ਜਾਂਦੀ ਹੈ। ਬਿਲਕੁਲ। ਇਸ ਤਰ੍ਹਾਂ ਸਾਡੇ ਕੋਲੇ SS ਬੋਰਡ ਹੈਗਾ। ਹੁਣ ਪਿਛਲੇ ਟਾਈਮ 'ਚ ਅਸੀਂ ਦੇਖਿਆ ਕਿ ਉਹਦੀ ਕੋਈ ਗਿਣਤੀ ਕੋਈ ਨਹੀਂ ਰਹੀ ਜੀ ਕਿ ਕਿੰਨੇ ਅਥਾਹ ਮੈਂਬਰ ਹੈ ਜਿਹੜੇ ਉਹਨਾਂ ਦੇ ਲਾ ਦਿੱਤੇ ਜਾਂਦੇ ਸੀ ਤੇ ਭਰਤੀ ਉਸ ਦੇ ਮੁਕਾਬਲੇ ਕਦੇ ਹੁੰਦੀ ਨਹੀਂ, ਜੀ ਬਲਕਿ ਉਹਨਾਂ ਦੇ ਖਰਚੇ ਜਿਹੜੇ ਜ਼ਿਆਦਾ ਪੈ ਜਾਂਦੇ ਸੀਗੇ। ਤਾਂ ਹੁਣ ਨਵੀਂ ਸਰਕਾਰ ਨੇ ਆ ਕੇ ਚੇਂਜ ਕੀਤਾ ਹੈ ਕਿ ਪੈਂਤੜਾ ਲੈਣਗੇ SS ਬੋਰਡ ਬਾਰੇ, ਇਹ ਵੱਖਰੀ ਗੱਲ ਹੈਗੀ ਹੈ। ਜੀ ਪਰ ਲੋੜ ਇਸ ਗੱਲ ਦੀ ਹੈ ਕਿ ਰਿਕਰੂਟਮੈਂਟ ਬੋਰਡ ਹੈ ਜਿਹੜੇ ਉਹ ਬਿਹਤਰ ਵੀ ਹੋਣੇ ਚਾਹੀਦੇ ਆ। ਉਹ ਬਿਹਤਰ ਤਾਂ ਹੀ ਹੋਣੇ ਚਾਹੀਦੇ ਜੇ ਤੁਸੀਂ ਭਰਤੀ ਕਰਨੀ ਹੈਗੀ ਹੈ। ਜੀ ਅਗਰ ਤੁਸੀਂ ਵਿਹਲਿਆਂ ਨੂੰ ਇੱਕ ਅਸਲ ਕੀ ਹੁੰਦਾ ਆਤਿਸ਼ ਕਿ ਚਾਹੇ ਪਿਛਲੀਆਂ ਸਰਕਾਰਾਂ ਅਸੀਂ ਦੇਖਦੇ ਰਹੇ ਹਾਂ ਕਿ ਆਪਣੇ ਬੰਦਿਆਂ ਨੂੰ ਮੋਬਿਲਾਈਜ਼ ਕਰਨ ਦੇ ਲਈ ਉਹਨਾਂ ਨੂੰ SS ਬੋਰਡ ਦਾ ਮੈਂਬਰ ਲਾ ਦਿੱਤਾ ਜਾਂਦਾ, ਚੇਅਰਮੈਨ ਲਾ ਦਿੱਤਾ ਜਾਂਦਾ ਹੈਗਾ, ਜਾਂ PPSC ਦਾ ਮੈਂਬਰ ਲਾ ਦਿੱਤਾ ਜਾਂਦਾ ਹੈ। ਚਾਹੀਦਾ ਇਹ ਹੁੰਦਾ ਕਿ ਕਾਬਲ ਬੰਦਿਆਂ ਨੂੰ ਉਹਨਾਂ ਪੋਸਟਾਂ 'ਤੇ ਲਿਆਂਦਾ ਜਾਵੇ। ਜੀ ਬਿਲਕੁਲ। ਤਾਂ ਇਹ ਸਰਕਾਰ ਨੇ ਨਵਾਂ ਪੈਂਤੜਾ ਲਿਆ ਹੈ। ਹੁਣ ਦੇਖਦੇ ਹਾਂ ਕਿ PPSC ਆਉਣ ਵਾਲੇ ਦਿਨਾਂ 'ਚ ਕਿੰਨੀਆਂ ਕੁ ਅਸਾਮੀਆਂ ਕੱਢਦੀ ਹੈ, ਕਿੰਨੀ ਕੁ
ਭਰਤੀ ਕਰਦੀ ਹੈ ਜਾਂ ਉਹਨਾਂ ਤੇ ਕਿੰਨਾ ਕੁ ਵਰਕਲੋਡ ਬਣਦਾ ਹੈ, ਉਹਦੇ ਲਿਹਾਜ਼ ਨਾਲ ਹੀ ਆਪਾਂ ਅੱਗੇ ਇਹਦਾ ਕੋਈ ਨਤੀਜੇ ਤੇ ਪਹੁੰਚ ਸਕਾਂਗੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।